ਲਓ ਜੀ ਪਿਆਰਿਓ, ਕੀ ਹਾਲ ਆ ਤੁਹਾਡਾ। ਮੈਂ ਅੱਜ ਪਹੁੰਚ ਗਿਆ ਆ ਇਸ ਭਾਈ ਕੋਲ। ਇਹ ਵੇਖੋ ਸਾਡੇ ਸਾਹਮਣੇ ਖੜੇ ਆ। ਤੇ ਅੱਜ ਕੱਲ੍ਹ ਇੱਕ ਮੁੱਦਾ ਜਿਹੜਾ ਨਾ ਬੜਾ ਗਰਮ ਆ ਆਪਣੇ ਸ਼ੁਏਬ ਮਲਿਕ ਸਾਹਿਬ ਦਾ। ਤੇ ਜੱਟ ਸਾਹਿਬ ਸ਼ੁਏਬ ਮਲਿਕ ਸਾਹਿਬ ਦੇ ਉੱਤੇ ਤੁਸੀਂ ਕੀ ਕਹੋਗੇ? ਉਹਨਾਂ ਨੇ 2-3 ਵਿਆਹ ਕਰ ਲਏ, ਬੜਾ ਹਰ ਬੰਦਾ ਉਹਨੂੰ ਰੌਲੇ ਨੂੰ ਚੁੱਕੀ ਖੜਾ। ਕੀ ਉਹਨਾਂ ਨੇ ਕੋਈ ਗਲਤ ਕਰ ਲਿਆ? यार अदनान भाई गलत नहीं उन्होंने किया, इस्लाम च जायज़ है, लेकिन ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਇੱਕ ਵਿਆਹ ਕਰ ਲਓ, ਦੂਜਾ ਕਰ ਲਓ, ਤੀਸਰਾ ਕਰ ਲਓ, ਉਹਨਾਂ ਨੂੰ ਨਿਭਾਓ ਨਾ। ਉਹਨਾਂ ਚੋਂ ਬੱਚੇ ਪੈਦਾ ਕਰ ਕਰਕੇ ਤੁਸੀਂ ਛੱਡੀ ਜਾਓ ਤੇ ਅੱਗੋਂ ਤੁਸੀਂ ਆਪਣੇ ਚਸਕਿਆਂ ਵਾਸਤੇ ਤੁਸੀਂ ਨਵੀਆਂ ਲੱਭ ਵਿਆਹ ਕਰੀ ਜਾਓ। ਇਹ ਵੀ ਤਾਂ ਕੋਈ ਤਰੀਕਾ ਨਹੀਂ ਨਾ, ਕੋਈ ਇਨਸਾਨੀਅਤ ਨਹੀਂ ਨਾ। ਇਹ ਵੀ ਤੁਸੀਂ ਰੱਖੋ ਤੇ ਤੁਸੀਂ ਅਗਰ 4 ਵੀ ਰੱਖ ਸਕਦੇ ਹੋ, ਅਗਰ ਉਹਨਾਂ 'ਚ ਅਦਲ ਕਰ ਸਕਦੇ ਹੋ ਨਾ, ਤੁਸੀਂ ਇਨਸਾਫ ਕਰ ਸਕਦੇ ਹੋ ਤੇ ਤੁਸੀਂ 4 ਵੀ ਰੱਖੋ, ਕੋਈ ਇਹਦੇ ਵਿੱਚ ਮਸਲਾ ਨਹੀਂ। ਹੁਣ ਦੇਖੋ ਜੀ, ਇੱਕ ਜਿਹੜਾ ਡਿਵੋਰਸ ਹੋ ਗਈ ਆ ਇਹਦੇ 'ਚ ਕੋਈ ਗੁਨਾਹ ਨਹੀਂ ਹੈਗਾ, ਠੀਕ ਹੈ। ਕੋਈ ਇੱਕ ਵਾਰੀ ਤੁਸੀਂ ਕੋਈ ਚੀਜ਼ ਲੈਂਦੇ ਹੋ, ਉਹ ਦੋਨੋਂ ਚੀਜ਼ ਉਹਦੇ ਗੱਡੀ ਲਈ ਹੈ, ਗੋਡੀ ਦੇ 4 ਪਹੀਏ, ਚਾਰਾਂ 'ਚ ਕੋਈ ਇੱਕ ਜਿਹੜਾ ਘਸ ਜਾਵੇ ਤਾਂ ਉਹਨੂੰ ਬਦਲ ਲਈਦਾ। ਹੁਣ ਇੱਥੇ ਹੋ ਸਕਦਾ ਕਿ ਉਹਨਾਂ ਦੇ ਨਾਲ ਉਹਦੀ ਨਾਮ ਬਣ ਰਹੀ ਹੋਵੇ, ਕੋਈ ਵਜੂਹਾਤ ਹੋਣ ਜਿਹਦੀ ਵਜ੍ਹਾ ਤੋਂ ਅੰਦਰ ਦੇ ਮਸਾਇਲ ਤਾਂ ਨਹੀਂ ਨਾ ਆਉਂਦੇ ਸਾਹਮਣੇ। ਤੇ ਬਾਕੀ ਹੋਰ ਤੁਸੀਂ ਇਹਨੂੰ ਕਿਸ ਨਜ਼ਰੀਆ ਨਾਲ ਵੇਖਦੇ ਹੋ? ਨਹੀਂ, ਅਗਰ ਵੇਖੋ ਹਰ ਚੀਜ਼ ਦਾ ਹੁਣ ਸਾਨੂੰ ਤਾਂ ਨਹੀਂ ਨਾ ਪਤਾ ਹੁੰਦਾ, ਇਹ ਤਾਂ ਦੋਨਾਂ ਜੀਆਂ ਨੂੰ ਬਿਹਤਰ ਪਤਾ ਹੁੰਦਾ ਇਸ ਚੀਜ਼ ਦਾ ਕਿ ਅੰਦਰ ਦੇ ਰੌਲੇ ਕੀ ਚੱਲ ਰਹੇ ਨੇ। ਅਗਰ ਇਸ ਤਰ੍ਹਾਂ ਦਾ ਕੋਈ ਮਾਮਲਾ ਹੋ ਜਾਂਦਾ ਹੈ, ਤਲਾਕ ਜਿਹੜੀ ਹੈ ਨਾ, ਇਹ ਵੀ ਕੋਈ ਐਡਾ ਵੱਡੀ ਗੱਲ ਨਹੀਂ, ਇਸਲਾਮ 'ਚ ਹੈ ਇਹ ਵੀ। ਅਗਰ ਤਲਾਕ ਹੋ ਗਈ, ਕੋਈ ਮਾਮਲਾ ਬਣ ਗਿਆ ਤਾਂ ਦੁਬਾਰਾ ਤੁਸੀਂ ਸ਼ਾਦੀ ਕਰ ਸਕਦੇ ਹੋ। ਅਗਰ ਉਹਨੇ ਕਰ ਲਈ, ਤੇ ਮੈਂ ਇਹੋ ਹੀ ਗੱਲ ਕੀਤੀ ਹੈ ਨਾ ਕਿ ਅਗਰ ਉਹਨੇ ਕਰ ਲਈ ਹੈ ਨਾ ਇਹ ਸ਼ਰੀਅਤ ਦੇ ਮੁਤਾਬਕ, ਤੇ ਯਾਰ ਤੁਸੀਂ ਇੱਕ ਹੱਵਾ ਹੀ ਬਣਾ ਦਿੱਤਾ ਹੈ ਕਿ ਉਹਨੂੰ ਦੁਆ ਦੇਣੀ ਚਾਹੀਦੀ ਹੈ ਵੀ ਨੈਕਸਟ ਉਹ ਇਹੋ ਜਿਹਾ ਕੰਮ ਨਾ ਕਰੇ, ਅੱਲਾ ਕਰੇ। ਚਲੋ ਅੱਗੇ ਜੋ ਹੋ ਗਿਆ ਸੋ ਹੋ ਗਿਆ, ਕਮ ਅਜ਼ ਕਮ ਇਹਦੇ ਨਾਲ ਹੀ ਸਮਝੋ ਕਿ ਮੇਰੀ ਆਖਰੀ ਤੇ ਮੈਂ ਇਹਨੂੰ ਬਚਾਣਾ ਹੈ ਤੇ ਅਸੀਂ ਸਾਰੀ ਉਮਰ ਨਾਲ ਲੈ ਕੇ। ਅੱਛਾ, ਮੈਂ ਇੱਕ ਚੀਜ਼ ਹੋਰ ਇੱਥੇ ਕਰਨੀ ਚਾਹਾਂਗਾ ਕਿ ਇਹ ਜਿਹੜੇ ਸਾਡੇ ਨਾ ਕੁਝ ਐਕਟਰ ਟਾਈਪ ਜਾਂ ਸੁਪਰਸਟਾਰ ਜਾਂ ਖਿਲਾੜੀ ਵਗੈਰਾ, ਇਹ ਤਕਰੀਬਨ ਜਿੰਨੇ ਵੀ ਆ ਨਾ, ਸਾਰਿਆਂ ਦੀ ਜ਼ਿੰਦਗੀ 'ਚ 2 ਤੋਂ 3 ਹੀ ਹੁੰਦੀਆਂ। ਇਹ ਕੀ ਚੱਕਰ ਕੀ ਆ? ਯਾਰ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਰੰਗੀਨ ਦੁਨੀਆ ਹੈ, ਇਹਦੇ ਵਿੱਚ ਦੁਨੀਆ ਖੂਬਸੂਰਤ ਤੋਂ ਖੂਬਸੂਰਤ ਤਰੀਨ ਹਰ ਵੇਲੇ ਨਾਲ ਤਿਤਲੀਆਂ ਜਿਹੜੀਆਂ ਉੱਡਦੀਆਂ ਫਿਰਦੀਆਂ ਨੇ, ਜਿੱਥੋਂ ਕੋਈ ਨਾ ਕੋਈ ਵੇਖੀ ਉਹਨਾਂ ਦਾ ਦਿਲ ਆ ਜਾਂਦਾ। ਜਿਵੇਂ ਘੋੜਾ ਜਵਾਨ ਰਹਿੰਦਾ, ਇਹ ਵੀ ਜਵਾਨ ਸਮਝਦੇ ਆ, ਜਵਾਨ ਹੀ ਰਹਿੰਦੇ ਨੇ। ਇਹ ਵੀ ਮਾਮਲਾ ਤਾਂ ਇਸ ਤਰ੍ਹਾਂ ਕਿਉਂਕਿ ਕੁਲੀਗ ਹੁੰਦੇ ਨੇ, ਦਿਲ ਆ ਗਿਆ ਕਿਸੇ ਤੇ ਫਿਰ ਉਹ ਆਪਣੇ ਇਕਰਾਰੁਲ ਹਸਨ ਸਾਹਿਬ ਮਾਸ਼ਾਅੱਲਾ, ਉਹਨਾਂ ਦੇ ਬਾਰੇ ਕੀ ਕਹੋਗੇ? ਯਾਰ ਉਹ ਤੇ ਮੈਂ ਕਹਿੰਦਾ ਕਮਾਲ ਯਾਰ, ਮੈਂ ਕਹਿੰਦਾ ਉਹਦੇ ਤੋਂ ਵੱਡਾ ਸਿਆਸਤਦਾਨ ਬੰਦਾ ਕੋਈ ਨਹੀਂ ਯਾਰ। ਨਹੀਂ ਹੁਣ ਵੇਖੋ ਨਾ, ਉਹਨੇ 3 ਬੁੱਢੀਆਂ, ਉਹਨੇ ਵੇਖੋ 3 ਕਰਨ ਦੇ ਬਾਵਜੂਦ ਮੈਂ ਕਹਿੰਦਾ ਮੈਂ ਸਲਾਮ ਪੇਸ਼ ਕਰਾਂ ਉਸ ਬੰਦੇ ਨੂੰ ਕਿ ਉਹਨੇ 3 ਹੀ ਰਾਜ਼ੀ ਰੱਖੀਆਂ ਨੇ, 3 ਨਾਲ ਵੀ ਆ, ਮੁਹੱਬਤ ਨਾਲ ਸਭ ਰਹਿ ਰਹੀਆਂ ਨੇ। ਇਸ ਤੋਂ ਵੱਡੀ ਗੱਲ ਕੋਈ ਨਹੀਂ। ਤੇ ਪਾਕਿਸਤਾਨ ਦੇ ਬਾਕੀ ਐਕਟਰ ਉਹ ਤੋਂ ਸਬਕ ਕਿਉਂ ਨਹੀਂ ਸਿੱਖਦੇ ਵੀ ਬਾਕੀ ਵੀ ਉਹ ਸਿੱਖ ਲੈਣ? ਬਾਕੀ ਅਸਲ 'ਚ ਮੇਰੇ ਹਿਸਾਬ ਨਾਲ ਕਈ ਲੋਕ ਹੁੰਦੇ ਨੇ ਕਿ ਬੁੱਢੀਆਂ ਦੇ ਸਾਹਮਣੇ ਨਹੀਂ ਲਿਖਦੇ, ਕਈ ਹੁੰਦੇ ਨੇ ਯਾਰ ਕਿ ਲਿਖ ਕੇ ਅਗਰ ਰਿਸ਼ਤੇ ਬਚਦੇ ਨੇ ਉਹਨੂੰ ਬਚਾ ਲਵੋ। ਤੇ ਮੈਂ ਕਹਿੰਦਾ ਸਭ ਤੋਂ ਵਧੀਆ ਗੱਲ ਹੀ ਹੈ। ਮਤਲਬ ਹੁਣ ਸਾਡੀ ਤੇ ਦੁਆ ਹੀ ਆ ਕਿ ਸ਼ੁਏਬ ਮਲਿਕ ਸਾਹਿਬ ਆ ਨਾ ਆਪਣੇ, ਉਹਨਾਂ ਨੂੰ ਅੱਲਾਹ ਪਾਕ ਜਿਹੜੀ ਨਵੀਂ ਉਹਨਾਂ ਦੀ ਜ਼ਿੰਦਗੀ ਆ ਉਹ ਖੂਬਸੂਰਤ ਤੇ ਹਸੀਨ ਰਵੇ, ਤੇ ਉਹਨਾਂ ਨੂੰ ਕੋਈ ਨਵੀਂ ਤਿਤਲੀ ਦੀ ਲੋੜ ਨਾ ਪਵੇ, ਤੇ ਇਹ ਚੱਲਦੀ ਰਵੇ ਚਾਹੀਦਾ। ਤੇ ਬਾਕੀ ਸ਼ੁਏਬ ਮਲਿਕ ਬਾਕੀ ਸਾਰੇ ਹੀ ਕੰਮ ਠੀਕ ਆ, ਲੇਕਿਨ ਜਿਹੜੇ ਬੱਚੇ ਆ ਨਾ ਉਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ। ਸਭ ਤੋਂ ਮੇਨ ਗੱਲ ਹੀ ਹੈ, ਮੈਂ ਤਾਂ ਹੀ ਪਹਿਲੇ ਗੱਲ ਕੀਤੀ ਨੇ ਕਿ ਇਹ ਨਹੀਂ ਕਿ ਜੰਮ ਸੁੱਟੀ ਜਾਓ ਤਾਂ ਤੁਸੀਂ ਗਾਂ ਤੁਰੀ ਜਾਓ ਨਵੀਆਂ ਤਿਤਲੀਆਂ ਮਗਰ। ਇਹ ਖਿਆਲ ਕਰਨਾ ਚਾਹੀਦਾ। ਉਹਨਾਂ ਕਮ ਅਜ਼ ਕਮ ਆਪਣੇ ਚਸਕਿਆਂ ਨੂੰ ਛੱਡੋ, ਉਹਨਾਂ ਉਸ ਬੱਚਿਆਂ ਦਾ। ਜਦੋਂ ਬੰਦਾ ਸਟਾਰ ਬਣਦਾ ਨਾ, ਸਟਾਰ ਬਣਦਾ, ਫਿਰ ਦੂਸਰਿਆਂ ਵਾਸਤੇ ਉਹ ਇੱਕ ਮਾਡਲ ਹੁੰਦਾ। ਬਿਲਕੁਲ। ਤੇ ਉਹ ਮਾਡਲ ਜੋ ਕੁਝ ਕਰੇਗਾ ਲੋਕ ਉਹੀ ਕੁਝ ਕਰਦੇ ਆ। ਇਹ ਫਿਰ ਮਾਡਲ ਤੇ ਨਾ ਕਿਸੇ ਵਾਸਤੇ ਹੋਏ, ਇਹ ਤੇ ਆਪਣਾ ਹੀ ਮਾਡਲ ਆ। ਇਹਨਾਂ ਦੇ ਬੱਚੇ ਗਾਂ ਕੀ ਕਰਨਗੇ, ਵੱਡੇ ਹੋ ਕੇ ਕੀ ਆਖਣਗੇ ਇਹਨਾਂ ਨੂੰ? ਸਮਝ ਆਈ ਕਿ ਨਹੀਂ? ਇਹ ਸਾਡੀ ਆਡੀਅנס ਹੀ ਦੱਸੂਗੀ ਹੁਣ ਕੀ ਆਖਣਗੇ। ਚਲੋ ਜੀ, ਇਹ ਸੀਗਾ ਆਪਣੇ ਜੱਟ ਸਾਹਿਬ, ਉਹਨਾਂ ਦਾ ਮੌਕਫ। ਤੇ ਸਾਨੂੰ ਇਜਾਜ਼ਤ ਦਿਓ, ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਦਬਾਉਣਾ। ਤੇ ਤੁਸੀਂ ਕਿੱਥੋਂ ਬਹਿ ਕੇ ਵੀਡੀਓ ਵੇਖ ਰਹੇ ਹੋ ਇਹ ਵੀ ਜ਼ਰੂਰ ਦੱਸਣਾ। ਅੱਲਾ ਹਾਫਿਜ਼।